ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੰਮ੍ਰਿਤ ਵੇਲੇ ਦੀ ਮਹਿਮਾ ਅਪਰੰਪਾਰ ਹੈ। ਜੋ ਗੁਰਸਿੱਖ ਅੰਮ੍ਰਿਤ ਵੇਲਾ ਸੰਭਾਲਦੇ ਆ ਉਹ ਸਭ ਤੋਂ ਵੱਡੇ ਭਾਗਾਂ ਵਾਲੇ ਹੁੰਦੇ ਆ। ਕਿਉਂਕਿ ਅੰਮ੍ਰਿਤ ਵੇਲੇ ਦੀ ਮਹਿਮਾ ਆਦਿ ਜਗਾਤ ਤੋਂ ਚੱਲੀ ਆ ਰਹੀ ਆ। ਸੋ ਜਿਵੇਂ ਮਹਾਂਪੁਰਖਾਂ ਦੇ ਬਚਨ ਆ ਕਿ ਅਗਰ ਕੋਈ ਤਕਰੀਬਨ ਅੰਮ੍ਰਿਤ ਵੇਲੇ ਨੂੰ ਸੰਭਾਲਦਾ ਹੈ, ਅਗਰ ਉਹ ਅੰਮ੍ਰਿਤ ਵੇਲੇ ਦੇ ਸ਼ੁਰੂ ਦੇ ਵਿੱਚ ਉੱਠੇ ਤਾਂ 1000 ਗਊਆਂ ਦਾਨ ਕਰਨ ਦਾ ਫਲ ਉਹਨੂੰ ਪ੍ਰਾਪਤ ਹੋ ਜਾਂਦਾ। ਔਰ ਇਸ ਸਮੇਂ ਇਸ਼ਨਾਨ ਕਰਨਾ ਅਤੇ ਭਜਨ ਸਿਮਰਨ ਦੇ ਨਾਲ ਜੁੜਨਾ, 1000 ਗਊਆਂ ਦਾ ਦਾਨ ਅਗਰ ਉਹਦੇ ਵਿਚਕਾਰਲੇ ਸਮੇਂ ਦੇ ਵਿੱਚ ਉੱਠੇ ਤਾਂ ਮਹਾਂਪੁਰਖ ਦੱਸਦੇ 100 ਗਊਆਂ ਦਾ ਦਾਨ ਦਾ ਫਲ ਉਸ ਨੂੰ ਪ੍ਰਾਪਤ ਹੋ ਜਾਂਦਾ। ਤੀਸਰਾ ਕੀ ਆ ਕਿ ਅਗਰ ਉਹ ਅੰਮ੍ਰਿਤ ਵੇਲੇ ਦੇ ਲਾਸਟ ਵਿੱਚ ਉੱਠ ਕੇ ਇਸ਼ਨਾਨ ਭਜਨ ਸਿਮਰਨ ਕਰੇ ਤਾਂ ਫਿਰ ਕਹਿੰਦੇ 10 ਗਾਈਆਂ ਦਾ ਦਾਨ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ। ਸੋ ਕਹਿਣ ਤੋਂ ਭਾਵ ਇਹ ਆ ਕਿ ਇਹ ਗੱਲਾਂ ਜਿਹੜੀਆਂ ਇਕੱਲੀਆਂ ਅਨਸੁਣੀਆਂ ਨਹੀਂ ਹੈ, ਇਹਦੇ ਪਿੱਛੇ ਬਹੁਤ ਵੱਡੀ ਬੈਕਗਰਾਉਂਡ ਹੈਗੀ ਆ। ਸੋ ਕਹਿਣ ਤੋਂ ਭਾਵ ਇਹ ਆ ਕਿ ਜਿਹੜੇ ਗੁਰਸਿੱਖ ਅੰਮ੍ਰਿਤ ਵੇਲਾ ਸੰਭਾਲ ਕੇ ਇਸ ਵੇਲੇ ਦੇ ਅੰਦਰ ਇਸ਼ਨਾਨ ਕਰਕੇ ਭਜਨ ਸਿਮਰਨ ਕਰਦੇ ਆ, ਫਿਰ ਉਹਨਾਂ ਤੋਂ ਪੁੱਛੋ ਕਿ ਇਸ ਵੇਲੇ ਦਾ ਜਿਹੜਾ ਮਹੱਤਵ ਹੈ ਉਹ ਕੀ ਆ। ਇਸੇ ਕਰਕੇ ਤਾਂ ਸਾਨੂੰ ਮਹਾਂਪੁਰਖਾਂ ਨੇ ਆਖਿਆ ਹੈਗਾ ਕਿ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ। ਸੋ ਦਾਸ ਅੱਜ ਅੰਮ੍ਰਿਤ ਵੇਲੇ ਦੇ ਵਿੱਚ ਜਿਹੜੇ ਗੁਰਸਿੱਖ ਇਸ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਆ, ਉਹਨਾਂ ਦੇ ਜੀਵਨ ਦੇ ਨਾਲ ਜੋ ਘਟਨਾਵਾਂ ਵਾਪਰਦੀਆਂ ਹੈ ਉਹਨਾਂ ਦੀ ਕੁਛ ਕੁ ਵਿਚਾਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਜਿਵੇਂ ਇੱਕ ਸੱਜਣ ਦਾਸ ਦੇ ਬਹੁਤ ਜ਼ਿਆਦਾ ਕਰੀਬੀ ਰਹੇ ਆ, ਸੋ ਉਹਨਾਂ ਨੂੰ ਅੰਮ੍ਰਿਤ ਵੇਲੇ ਦੀ ਮਹਿਮਾ ਦਾ ਇੰਨਾ ਜ਼ਿਆਦਾ ਹੁਸਨ ਸੀਗਾ ਕਿ ਉਹ ਦਾਸ ਨੂੰ ਦੱਸਦੇ ਹੁੰਦੇ ਸੀਗੇ ਕਿ ਮੈਂ ਸਾਰਾ ਦਿਨ ਅੰਮ੍ਰਿਤ ਵੇਲਾ ਹੀ ਲੱਭਦਾ ਰਹਿੰਦਾ ਹਾਂ ਕਿ ਕਦ ਰਾਤ ਆਵੇ, ਕਦ ਮੈਂ ਭਜਨ ਸਿਮਰਨ ਦੇ ਵਿੱਚ ਬੈਠਾਂ। ਇਹ ਤਾਂ ਕਿ ਕਹਿੰਦੇ ਮੈਨੂੰ ਜਵਾਰ ਭੱਟ ਦੀ ਤਰ੍ਹਾਂ ਅੰਦਰੋਂ ਸਦਾ ਲੱਗੀ ਰਹਿੰਦੀ ਆ, ਕਿਉਂਕਿ ਉਹ ਸਰਕਾਰੀ ਨੌਕਰੀ ਅਤੇ ਉੱਚ ਅਹੁਦੇ 'ਤੇ ਕੰਮ ਕਰਦੇ ਸੀਗੇ। ਪਰ ਫਿਰ ਵੀ ਉੱਥੇ ਕਹਿੰਦੇ ਮੈਂ ਕੁਰਸੀ 'ਤੇ ਬੈਠਾ ਵੀ ਅੰਮ੍ਰਿਤ ਵੇਲੇ ਬਾਰੇ ਸੋਚਦਾ ਰਹਿੰਦਾ ਸੀਗਾ ਕਿ ਕਦ ਉਹ ਟਾਈਮ ਆਵੇ, ਕਦ ਮੈਂ ਬੈਠਾਂ। ਸੋ ਉਹਨਾਂ ਨੇ ਆਪਣੇ ਜਿਹੜੇ ਅਨੁਭਵ ਸੀ ਅੰਮ੍ਰਿਤ ਵੇਲੇ ਦੇ, ਉਹਨਾਂ ਦੇ ਵਿੱਚੋਂ ਬਹੁਤ ਸਾਰੇ ਸਾਂਝੇ ਕੀਤੇ ਸੀ। ਇੱਕ ਦੋ ਦਾਸ ਆਪ ਉਹਨਾਂ ਦੇ ਅੰਮ੍ਰਿਤ ਵੇਲੇ ਦੇ ਜਿਹੜੇ ਅਨੁਭਵ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ। ਇਹ ਜਿਹੜੇ ਸੱਜਣ ਸੀਗੇ, ਇਹ ਚਾਹੇ ਗਰਮੀਆਂ ਹੋਣ ਚਾਹੇ ਸਰਦੀਆਂ ਹੋਣ, ਇਹਨਾਂ ਨੇ ਤਕਰੀਬਨ 2 ਵਜੇ ਉੱਠ ਕੇ ਕੇਸੀ ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਦੇ ਵਿੱਚ ਚੌਂਕੜਾ ਮਾਰ ਕੇ ਵਾਹਿਗੁਰੂ ਭਜਨ ਸਿਮਰਨ ਕਰਨਾ ਸੀ। ਜਦੋਂ ਵਾਹਿਗੁਰੂ ਭਜਨ ਸਿਮਰਨ ਕਰਦੇ ਸੀ, ਇਹਦੇ ਵਿੱਚ ਦੱਸਦੇ ਹੁੰਦੇ ਸੀਗੇ ਕਿ ਜਦ ਮੈਂ ਸਿਮਰਨ ਕਰਦਾ ਤਾਂ ਬਹੁਤ ਸਾਰੀਆਂ ਜਿਹੜੀਆਂ ਹਨ ਜੋ ਗੁਪਤ ਤਾਕਤਾਂ ਹੈਗੀਆਂ ਉਹਨਾਂ ਨਾਲ ਮੇਰਾ ਸੰਪਰਕ ਪੈਦਾ ਹੋ ਗਿਆ ਸੀ। ਖਾਸ ਕਰਕੇ ਜਿਹੜੀ ਸ਼ਹੀਦੀ ਸਿੰਘਾਂ ਦੀਆਂ ਫੌਜਾਂ ਹੈਗੀਆਂ, ਸਾਡੀਆਂ ਸ਼ਹੀਦੀ ਸਿੰਘਾਂ ਦੀਆਂ ਫੌਜਾਂ, ਉਹਨਾਂ ਦੇ ਨਾਲ। ਸੋ ਉਹਦੇ ਵਿੱਚ ਉਹ ਦੱਸਦੇ ਸੀਗੇ ਕਿ ਉਹ ਮੈਨੂੰ ਪੂਰੇ ਬ੍ਰਹਿਮੰਡ ਦੀ ਸੈਰ ਕਰਾਉਂਦੇ ਆ। ਸੋ ਇੱਕ ਵਾਰ ਉਹ ਦੱਸਦੇ ਸੀਗੇ ਕਿ ਇੱਕ ਵਾਰ ਜਦ ਸ਼ਹੀਦੀ ਫੌਜਾਂ ਮੈਨੂੰ ਲੈ ਕੇ ਗਈਆਂ ਸੀਗਾ, ਕੋਈ ਐਸੀ ਜਗ੍ਹਾ ਆਈ ਸੀ ਜਿੱਥੇ ਬਹੁਤ ਸਾਰੀਆਂ ਆਵਾਜ਼ਾਂ ਜਿਹੜੀਆਂ ਉਹਨਾਂ ਨੂੰ ਸੁਣਾਈ ਦਿੱਤੀਆਂ। ਇਹ ਆਵਾਜ਼ਾਂ ਇਸ ਤਰ੍ਹਾਂ ਸੀਗੀਆਂ ਜਿਵੇਂ ਲੱਖਾਂ ਆਦਮੀ ਉਸ ਜਗ੍ਹਾ ਦੇ ਵਿੱਚ ਫਸੇ ਹੋਣ, ਅਤੇ ਉਹਦੇ ਵਿੱਚ ਜਿਹੜੀਆਂ ਰੋਣ ਦੀਆਂ ਪਿੱਟਣ ਦੀਆਂ ਕਰਲਾਟਾਂ ਪੈ ਰਹੀਆਂ ਸੀ। ਉਹਦੇ ਵਿੱਚੋਂ ਲੋਕ ਕਹਿੰਦੇ ਸੀ ਕਿ ਸਾਨੂੰ ਵੀ ਲੈ ਜਾਓ, ਸਾਨੂੰ ਵੀ ਲੈ ਜਾਓ, ਸਾਨੂੰ ਵੀ ਲੈ ਜਾਓ, ਸਾਨੂੰ ਵੀ ਲੈ ਜਾਓ। ਪਰ ਜਿਹੜੇ ਨਾਲ ਦੇ ਸ਼ਹੀਦ ਸਿੰਘ ਸੀਗੇ ਕਹਿੰਦੇ ਚਾਹੇ ਮੈਨੂੰ ਦਿਖਾਈ ਨਹੀਂ ਸੀ ਦਿੰਦੇ, ਪਰ ਮੈਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਸੀਗਾ ਕਿ ਜਿਵੇਂ ਉਹ ਜਿਹੜੇ ਲੋਕਾਂ ਨੂੰ ਬਾਹਰ ਧੱਕੇ ਮਾਰ ਕੇ ਰਸਤਾ ਅੱਗੇ ਸਾਫ਼ ਕਰ ਰਹੇ ਸੀ ਅਤੇ ਉਹਨਾਂ ਨੂੰ ਕਹਿ ਰਹੇ ਸੀ ਹਟ ਜਾਓ ਪਰੇ, ਹਟ ਜਾਓ ਪਰੇ, ਹਟ ਜਾਓ ਪਰੇ, ਹਟ ਜਾਓ ਪਰੇ। ਅਤੇ ਇਸ ਤਰ੍ਹਾਂ ਕਹਿੰਦੇ ਉਹ ਪੂਰੀ ਭੀੜ ਨੂੰ ਚੀਰਦੇ ਹੋਏ ਫਿਰ ਇੱਕ ਐਸੇ ਸ਼ਾਂਤ ਵਾਤਾਵਰਨ ਵਿੱਚ ਮੈਨੂੰ ਲੈ ਕੇ ਗਏ, ਜਿਹੜੀ ਧਰਤੀ ਜਿਹੜੀ ਸੀ ਉਹ ਪੂਰੀ ਫੁੱਲਾਂ ਦੇ ਨਾਲ ਭਰੀ ਹੋਈ ਸੀ, ਸੁਗੰਧ ਸੀ। ਅਤੇ ਉੱਥੇ ਕਰੋੜਾਂ ਤਰ੍ਹਾਂ ਦੇ ਦੱਸਦੇ ਸੀਗੇ ਕਿ ਉੱਥੇ ਫੁੱਲ ਮੈਂ ਦੇਖੇ ਆ। ਅਤੇ ਇਹਨਾਂ ਕਰੋੜਾਂ ਫੁੱਲਾਂ ਦੇ ਬਗੀਚਿਆਂ ਦੇ ਵਿੱਚ ਕਹਿੰਦੇ ਇੱਕ ਨਿਹੰਗ ਸਿੰਘ ਮੈਂ ਗੱਤਕਾ ਖੇਡਦਾ ਦੇਖਿਆ ਸੀ। ਪਰ ਕਹਿੰਦੇ ਜਦੋਂ ਮੈਂ ਨਿਹੰਗ ਸਿੰਘ ਨੂੰ ਫਤਿਹ ਬੁਲਾਈ ਸੀ, ਉਸਨੇ ਫਤਿਹ ਦਾ ਕੋਈ ਜਵਾਬ ਨਹੀਂ ਦਿੱਤਾ, ਪਰ ਮੇਰੇ ਵੱਲ ਦੇਖਦਾ ਸੀ, ਮੁਸਕਰਾਉਂਦਾ ਸੀ ਅਤੇ ਆਪਣੀ ਮੌਜ 'ਚ ਗੱਤਕਾ ਖੇਡਦਾ ਸੀ। ਫਿਰ ਉਹ ਸੱਜਣ ਦੱਸਦੇ ਸੀ ਉਸ ਤੋਂ ਬਾਅਦ ਮੇਰੀ ਸੁੱਤ ਯਕਦਮ ਥੱਲੇ ਡਿੱਗੀ, ਅਤੇ ਉਸ ਤੋਂ ਬਾਅਦ ਜਦ ਮੈਂ ਸਰੀਰ 'ਚ ਮੈਂ ਕੀ ਦੇਖਿਆ ਕਿ ਕਾਫੀ ਸਮਾਂ ਹੋ ਗਿਆ ਹੈ। ਤੋ ਉਸ ਤੋਂ ਬਾਅਦ ਕਹਿੰਦੇ ਵੀ ਇਹ ਘਟਨਾਵਾਂ ਮੇਰੇ ਨਾਲ ਅਕਸਰ ਵਾਪਰਦੀਆਂ ਰਹਿੰਦੀਆਂ ਸੀ। ਸੋ ਦਾਸ ਨੇ ਇੱਕ ਵਾਰ ਉਹਨੂੰ ਪੁੱਛਿਆ ਸੀਗਾ ਕਿ ਤੁਸੀਂ ਜਦ ਪੋਹ ਮਾਘ ਦੇ ਦਿਨ ਹੁੰਦੇ ਆ ਤਦ ਵੀ ਤੁਸੀਂ ਕੇਸੀ ਇਸ਼ਨਾਨ ਕਰਕੇ ਛੱਤ ਦੇ ਉੱਪਰ ਬਹਿੰਦੇ ਆ, ਕੀ ਤੁਹਾਨੂੰ ਸਰਦੀ ਨਹੀਂ ਲੱਗਦੀ? ਫਿਰ ਉਹ ਸੱਜਣ ਦੱਸਦੇ ਸੀਗੇ ਕਿ ਇਹ ਸਵਾਲ ਮੇਰੇ ਵਿੱਚ ਵੀ ਪਹਿਲਾਂ ਸੀਗਾ, ਪਰ ਇੱਕ ਵਾਰ ਕਹਿੰਦੇ ਵੀ ਜਦ ਇਹ ਸਵਾਲ ਮੇਰੇ ਅੰਦਰ ਫੁਰਨੇ ਦੀ ਸ਼ਕਲ 'ਚ ਸੀਗਾ, ਅਚਨਚੇਤ ਭਜਨ ਸਿਮਰਨ ਦੇ ਵਿੱਚ ਮੇਰੀ ਅੱਖ ਖੁੱਲ੍ਹੀ, ਮੈਂ ਕੀ ਦੇਖਿਆ ਕਿ ਮੇਰੇ ਮੂਹਰੇ ਧੂਣੀ ਬਲਦੀ ਅੱਗ ਦੀ। ਕਹਿੰਦੇ ਮੈਂ ਹੈਰਾਨ ਹੋ ਗਿਆ ਕਿ ਮੇਰੇ ਮੂਹਰੇ ਅੱਗ ਕੌਣ ਬਾਲ ਗਿਆ ਹੈ। ਪਰ ਜਦ ਕਹਿੰਦੇ ਵੀ ਮੈਂ ਆਪਣੇ ਖੱਬੇ ਪਾਸੇ ਦੇਖਿਆ, ਇੱਕ ਧੂਣੀ ਖੱਬੇ ਪਾਸੇ ਹੋਰ ਵਗਦੀ ਸੀ, ਇੱਕ ਸੱਜੇ ਪਾਸੇ, ਇਸ ਤਰ੍ਹਾਂ 3 ਧੂਣੀਆਂ ਚੱਲ ਰਹੀਆਂ ਸੀ।
तो फिर कहते मैं होर भी हैरान हो गया भी ये 3 धूणियाँ मेरे मूहरे कौन बाल गया है। पर उस तो बाद कहते मैं की देखिया कि 2 महात्मा, एक खब्बे पासे जिहड़ी धूणी सी उत्ते बैठे होए सी ते एक सज्जे पासे वाली जिहड़ी धूणी ਚੱਲ ਰਹੀ ਸੀ ਉੱਥੇ ਬੈਠੇ ਹੋਈ ਸੀ ਤੇ ਜਿਹੜੇ ਇੱਕ ਵਿਚਕਾਰਲੀ ਧੂਣੀ ਜਿੱਥੇ ਕਹਿੰਦੇ ਮੈਂ ਬੈਠਾ ਹੋਇਆ ਸੀਗਾ। ਫਿਰ ਕਹਿੰਦੇ ਵੀ ਇਸ ਤੋਂ ਬਾਅਦ ਮੈਨੂੰ ਸਮਝ ਪਾਈ ਵੀ ਓਹੋ ਇਹ ਤਾਂ ਉਹ ਗੱਲ ਹੈ ਕਿ ਅੱਜ ਮੈਨੂੰ ਮੇਰੇ ਸਵਾਲ ਦਾ ਜਵਾਬ ਮਿਲ ਗਿਆ ਕਿ ਇਹ ਜਿਹੜੀਆਂ ਗੁਪਤ ਧੂਣੀਆਂ ਮੇਰੇ ਦੁਆਲੇ ਇਹ ਗੁਪਤ ਲੋਕੀ ਬੈਠ ਕੇ ਬਾਲਦੇ ਆ, ਇਹ ਕੇਵਲ ਤੇ ਕੇਵਲ ਇਸ ਠੰਡ ਤੋਂ ਬਚਾਓ ਵਾਸਤੇ ਇਹ ਸਾਰੇ ਕਰਤੱਵ ਜਿਹੜੇ ਅੱਜ ਮੈਨੂੰ ਪ੍ਰਗਟ ਰੂਪ ਦੇ ਵਿੱਚ ਦਿਖਾਈ ਦਿੱਤੇ ਆ। ਉਸ ਤੋਂ ਬਾਅਦ ਕਹਿੰਦੇ ਸੀ ਫਿਰ ਮੇਰੀ ਸੁਰਤ ਜਿਹੜੀ ਸੀ ਉਹ ਸ਼ਬਦ ਦੇ ਨਾਲ ਲੀਨ ਹੋਈ। ਫਿਰ ਜਦ ਦਿਨ ਚੜ੍ਹਿਆ ਉਸ ਤੋਂ ਬਾਅਦ ਫਿਰ ਮੈਂ ਗੱਲ ਜਿਹੜੀ ਸੀ ਕਿਸੇ ਨਾਲ ਸਾਂਝੀ ਨਹੀਂ ਕੀਤੀ, ਪਰ ਕਿਉਂਕਿ ਮੇਰੇ ਨਾਲ ਉਹਨਾਂ ਦਾ ਕਾਫੀ ਪਿਆਰ ਸੀਗਾ ਇਸ ਕਰਕੇ ਉਹਨਾਂ ਨੇ ਇਹ ਗੱਲ ਦਾਸ ਦੇ ਨਾਲ ਸਾਂਝੀ ਕੀਤੀ ਸੀ। ਇਸੇ ਤਰ੍ਹਾਂ ਇੱਕ ਬੀਬੀ ਦੱਸਦੀ ਸੀ ਕਿ ਅੰਮ੍ਰਿਤ ਵੇਲੇ ਦੀ ਮਹਿਮਾ ਦਾ ਕਹਿੰਦੀ ਵੀ ਮੈਨੂੰ ਇੱਕ ਵਾਰ ਜਦ ਮੈਂ ਕਥਾ ਸੁਣੀ ਸੀ ਉਹਦੇ ਵਿੱਚ ਮੈਨੂੰ ਪਤਾ ਲੱਗਾ ਸੀਗਾ ਕਿ ਸਭ ਤੋਂ ਅਗਰ ਵੱਡੀ ਮਹਿਮਾ ਤਾਂ ਅੰਮ੍ਰਿਤ ਵੇਲੇ ਦੀ। ਅੰਮ੍ਰਿਤ ਵੇਲੇ ਕੋਈ ਵੀ ਅਗਰ ਸਾਡੇ ਮਨ ਦਾ ਫੁਰਨਾ ਹੈ, ਫੁਰਨੇ ਨੂੰ ਅੰਦਰ ਧਾਰ ਕੇ ਅਗਰ ਅਸੀਂ ਨਾਮ ਜਪਦੇ ਹਾਂ ਅਤੇ ਉਹ ਜਿਹੜਾ ਅੰਦਰ ਫੁਰਨਾ ਸੰਕਲਪ ਦੇ ਰੂਪ ਦੇ ਵਿੱਚ ਉੱਠਦਾ ਹੈ ਉਹ ਪੂਰਾ ਹੋ ਜਾਂਦਾ। ਉਹ ਬੀਬੀ ਦੱਸਦੀ ਸੀ ਕਿ ਮੈਨੂੰ ਹੈ ਨਾ ਖਾਂਸੀ ਬਹੁਤ ਸੀ ਅਤੇ ਇੰਨੀ ਜ਼ਿਆਦਾ ਖਾਂਸੀ ਹੁੰਦੀ ਸੀ ਕਿ ਮੈਂ ਗੱਲ ਦੇ ਵਿੱਚ ਇੱਕ ਸਾਹ ਦੇ ਵਿੱਚ ਕਈ ਵਾਰ ਖੰਘਦੀ ਹੁੰਦੀ ਸੀ, ਮੈਨੂੰ ਸਾਹ ਲੈਣਾ ਬੜਾ ਔਖਾ ਹੁੰਦਾ ਸੀ। ਮੈਂ ਉਹ ਬੀਬੀ ਦੱਸਦੀ ਸੀ ਬਹੁਤ ਸਾਰੀਆਂ ਦਵਾਈਆਂ ਖਾਧੀਆਂ, ਅੰਗਰੇਜ਼ੀ, ਸਰਕਾਰੀ, ਕੋਈ ਵੈਦ ਹਕੀਮ ਨੇ ਛੱਡਿਆ, ਪਰ ਕੁਦਰਤੀ ਗੱਲ ਸੀ ਮੇਰੀ ਖਾਂਸੀ ਕਹਿੰਦੀ ਬੰਦ ਨਾ ਹੋਵੇ। ਜਦ ਬੰਦ ਨਾ ਹੋਵੇ ਅਚਨਚੇਤ ਕਹਿੰਦੇ ਵੀ ਮੈਂ ਇੱਕ ਕਥਾ ਸੁਣ ਰਹੀ ਸੀ, ਜਦ ਕਥਾ ਦੀ ਰਿਕਾਰਡਿੰਗ ਸੁਣ ਰਹੀ ਸੀ ਉਹਦੇ ਵਿੱਚ ਜਦੋਂ ਕਹਿੰਦੀ ਮੈਂ ਅੰਮ੍ਰਿਤ ਵੇਲੇ ਦੀ ਮਹਿਮਾ ਸੁਣੀ, ਅਚਨਚੇਤ ਮੇਰੇ ਜ਼ੋਰ ਦੀ ਮੂੰਹੋਂ ਨਿਕਲ ਗਿਆ ਕਿ ਮੈਨੂੰ ਦਵਾਈ ਮਿਲ ਗਈ, ਮੈਨੂੰ ਦਵਾਈ ਮਿਲ ਗਈ, ਮੈਨੂੰ ਖਾਂਸੀ ਦੀ ਦਵਾਈ ਮਿਲ ਗਈ। ਜਦ ਕਹਿੰਦੀ ਮੈਂ ਉੱਚੀ ਉੱਚੀ ਰੌਲਾ ਪਾਇਆ ਅਤੇ ਕਹਿੰਦੀ ਨਾਲ ਦੇ ਕਮਰੇ 'ਚ ਮੇਰੇ ਪਤੀ ਬੈਠੇ ਹੋਏ ਸੀ, ਕਹਿੰਦੀ ਉਹ ਦੌੜ ਕੇ ਮੇਰੇ ਪਾਸ ਮੈਨੂੰ ਕਹਿਣ ਲੱਗੇ ਕਿ ਕੀ ਗੱਲ ਹੋਈ। ਕਹਿੰਦੀ ਮੈਂ ਉਹਨਾਂ ਨੂੰ ਦੱਸਿਆ ਕਿ ਮੈਨੂੰ ਖਾਂਸੀ ਦੀ ਦਵਾਈ ਮਿਲ ਗਈ ਆ। ਜਦ ਕਹਿੰਦੀ ਇੰਨੀ ਗੱਲ ਹੋਈ ਕਹਿਣ ਲੱਗੇ ਵੀ ਕਿੱਥੋਂ ਮਿਲ ਗਈ। ਕਹਿੰਦੀ ਮੈਂ ਉਹਨੂੰ ਦੱਸਿਆ ਹੈਗਾ ਕਿ ਇਹ ਦਵਾਈ ਕਿਸੇ ਵੈਦ ਹਕੀਮ ਤੋਂ ਨਹੀਂ ਮਿਲੀ, ਇਹ ਦਵਾਈ ਮੈਨੂੰ ਅੰਮ੍ਰਿਤ ਵੇਲੇ ਦੀ ਮਹਿਮਾ ਤੋਂ ਪਤਾ ਲੱਗਾ ਹੈ ਕਿ ਜਿਹੜੇ ਇਨਸਾਨ ਅੰਮ੍ਰਿਤ ਵੇਲੇ ਉੱਠ ਕੇ ਪਰਮੇਸ਼ਰ ਦਾ ਨਾਮ ਜਪਦੇ ਆ ਉਹ ਨਾਮ ਹੀ ਉਹਦੀ ਔਸ਼ਧੀ ਬਣ ਜਾਂਦਾ ਹੈ, ਉਹਦੀ ਦਵਾਈ ਬਣ ਜਾਂਦਾ ਹੈਗਾ। ਸੋ ਉਸ ਤੋਂ ਬਾਅਦ ਕਹਿੰਦੀ ਵੀ ਮੈਂ ਅਗਲੇ ਦਿਨ ਹੀ ਉਸੇ ਰਾਤ ਨੂੰ ਕਹਿੰਦੀ 2 ਵਜੇ ਉੱਠੀ, 2 ਵਜੇ ਉੱਠ ਕੇ ਮੈਂ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਉਹ ਫਿਰ ਬੀਬੀ ਦੱਸਦੀ ਸੀ ਮੈਂ ਪੜ੍ਹੀ ਲਿਖੀ ਤਾਂ ਨਹੀਂ ਸੀ, ਪਰ ਮੇਰਾ ਮਨ ਵਾਹਿਗੁਰੂ ਸ਼ਬਦ ਜਪਣ ਨੂੰ ਜੀ ਕੀਤਾ। ਕਹਿੰਦੀ ਮੈਂ ਬੈਠ ਕੇ ਵਾਹਿਗੁਰੂ 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 ਵਾਹ ਜੀਓ ਕਹਿੰਦੀ ਵੀ ਮੈਂ ਇਹ ਸ਼ਬਦ ਜਪਣ ਲੱਗ ਪਈ। ਜਪਦੇ ਕਹਿੰਦੀ ਵੀ ਮੈਂ ਹੈਰਾਨ ਹੋ ਗਈ। ਉਸ ਤੋਂ ਬਾਅਦ ਮੇਰੀ ਜਿਹੜੀ ਖਾਂਸੀ ਸੀਗੀ ਕਹਿੰਦੀ ਜਿਹੜੀ ਹਟਦੀ ਨਹੀਂ ਸੀ ਉਹ ਕਹਿੰਦੀ ਰੁਕਣ ਲੱਗ ਪਈ। ਕਹਿੰਦੀ ਜ਼ਿਆਦਾ ਟਾਈਮ ਨਹੀਂ ਲੱਗਾ, ਤਕਰੀਬਨ ਕਹਿੰਦੀ 4-5 ਦਿਨ ਦੇ ਵਿੱਚ ਹੀ ਮੇਰੀ ਜਿਹੜੀ ਖਾਂਸੀ ਸੀ ਪੂਰੀ ਤਰ੍ਹਾਂ ਬੰਦ ਹੋ ਗਈ। ਔਰ ਅੱਜ ਮੈਂ ਕਹਿੰਦੀ ਮੈਂ ਦੱਸਣਾ ਚਾਹੁੰਦੀ ਹਾਂ ਕਿ ਅੰਮ੍ਰਿਤ ਵੇਲੇ ਦੀ ਮਹਿਮਾ ਦਾ ਐਸਾ ਮਹੱਤਵ ਹੈਗਾ ਕਿ ਕੋਈ ਵੀ ਆਦਮੀ ਆਪਣੇ ਮਨ ਦੀ ਤਮੰਨਾ ਲੈ ਕੇ ਅਗਰ ਅੰਮ੍ਰਿਤ ਵੇਲੇ ਉੱਠ ਕੇ ਭਜਨ ਸਿਮਰਨ ਕਰੇ ਅਤੇ ਉਸ ਦਾ ਫਲ ਜਿਹੜਾ ਉਹਨੂੰ ਸ਼ੀਘਰ ਪ੍ਰਾਪਤ ਹੋ ਜਾਂਦਾ ਹੈ। ਕਿਉਂਕਿ ਅੰਮ੍ਰਿਤ ਵੇਲਾ ਦੇ ਵਿੱਚ ਜਿਹੜੇ ਨਾਮ ਜਪਦੇ ਉਹਨਾਂ ਨੂੰ ਇਸ ਗੱਲ ਦਾ ਗਿਆਨ ਹੋ ਜਾਂਦਾ, ਇਲਮ ਹੋ ਜਾਂਦਾ ਕਿ ਅੰਮ੍ਰਿਤ ਵੇਲਾ ਹਰ ਮੁਸ਼ਕਲ ਦਾ ਹੱਲ ਹੈ। ਸੋ ਇਸੇ ਤਰ੍ਹਾਂ ਇੱਕ ਸੱਜਣ ਦੱਸਦੇ ਸੀ, ਉਹ ਕਹਿਣ ਲੱਗੇ ਕਿ ਮੇਰੀ ਉਮਰ ਤਕਰੀਬਨ 66-67 ਸਾਲ ਦੇ ਕਰੀਬ ਸੀਗੀ ਅਤੇ ਕਹਿੰਦੇ ਵੀ ਮੈਨੂੰ 66-67 ਸਾਲ ਦੇ ਜਿਹੜੇ ਪਿਛਲਾ ਜੀਵਨ ਹੈ ਉਹਦੇ ਵਿੱਚ ਸਾਰਾ ਜੀਵਨ ਜਿਹੜਾ ਹੈਗਾ ਉਹ ਮੈਂ ਦੁਨਿਆਵੀ ਕਾਰਜਾਂ ਵਾਸਤੇ ਖਰਚ ਕਰ ਦਿੱਤਾ। ਜਦ ਕਹਿੰਦੇ ਮੈਂ ਦੁਨਿਆਵੀ ਕਾਰਜਾਂ ਵਾਸਤੇ ਖਰਚ ਕੀਤਾ, ਪੂਰਾ ਦਿਨ ਕਹਿੰਦੇ ਟੈਨਸ਼ਨ ਰੱਖਣੀ, ਤੱਕ ਬਹੁਤ ਸਾਰੇ ਐਸੇ ਕੰਮ ਸੀਗੇ ਜਿਹੜੇ ਮੇਰੇ ਅਧੂਰੇ ਪਏ ਸੀ। ਪਰ ਇੱਕ ਵਾਰ ਕਹਿੰਦੇ ਵੀ ਮੈਂ ਇਸੇ ਤਰ੍ਹਾਂ ਰਿਕਾਰਡਿੰਗ ਵਿੱਚ ਅੰਮ੍ਰਿਤ ਵੇਲੇ ਦੀ ਮਹਿਮਾ ਸੁਣੀ। ਜਦ ਮਹਿਮਾ ਸੁਣੀ ਅਤੇ ਇਹਦੇ ਵਿੱਚ ਫਿਰ ਮੇਰੇ ਮਨ 'ਚ ਆਇਆ ਵੀ ਸੰਸਾਰੀ ਕੰਮ ਤਾਂ ਮੁੱਕਣੇ ਨਹੀਂ ਗੇ। ਹੁਣ ਅੰਮ੍ਰਿਤ ਵੇਲੇ ਦੀ ਮਹਿਮਾ ਦੇ ਵਿੱਚ ਅਗਰ ਕੋਈ ਮੈਂ ਮੰਗ ਇਹ ਰੱਖਣੀ ਆ, ਮੰਗ ਇਹੋ ਹੀ ਰੱਖਣੀ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਮੈਂ ਤੇਰੇ ਕੋਲੋਂ ਕਿਸੇ ਵਸਤੂ ਦੀ ਮੰਗ ਨਹੀਂ ਕਰਨੀ, ਬਸ ਤੇਰੇ ਕੋਲੋਂ ਤੈਨੂੰ ਹੀ ਮੰਗਣਾ ਹੈ। ਕਹਿੰਦੇ ਇਹ ਇੱਛਾ ਧਾਰ ਕੇ ਮੈਂ ਅੰਮ੍ਰਿਤ ਵੇਲੇ ਉੱਠ ਕੇ ਭਜਨ ਸਿਮਰਨ ਸ਼ੁਰੂ ਕਰ ਦਿੱਤਾ। ਜਦ ਸੱਜਣ ਕਹਿੰਦੇ ਕਿ ਮੈਂ ਭਜਨ ਸਿਮਰਨ ਸ਼ੁਰੂ ਕੀਤਾ ਤਾਂ ਧੰਨ ਗੁਰੂ ਨਾਨਕ ਸਾਹਿਬ ਤੋਂ ਧੰਨ ਗੁਰੂ ਨਾਨਕ ਸਾਹਿਬ ਦੇ ਨੂੰ ਹੀ ਮੰਗਿਆ, ਉਹਨਾਂ ਦੇ ਦਰਸ਼ਨ ਹੀ ਮੰਗੇ। ਫਿਰ ਕਹਿੰਦੇ ਤਕਰੀਬਨ ਦੇਖੋ ਚਾਹੇ ਕਹਿੰਦੇ ਮੈਨੂੰ ਅਜੇ ਤੱਕ ਦਰਸ਼ਨ ਨਹੀਂ ਹੋਏ, ਪਰ ਉਹਨਾਂ ਦੀ ਕਿਰਪਾ ਮੇਰੇ 'ਤੇ ਇੰਨੀ ਹੋਈ ਕਿ ਤਕਰੀਬਨ 2.5 ਸਾਲ ਦੇ ਵਿੱਚ ਲਗਾਤਾਰ ਅੰਮ੍ਰਿਤ ਵੇਲੇ ਨੂੰ ਸੰਭਾਲਦੇ ਹੋਏ ਕਹਿੰਦੇ ਜਿੰਨੇ ਮੇਰੇ ਅਧੂਰੇ ਕਾਰਜ ਸੀ ਉਹ ਆਪਣੇ ਆਪ ਹੀ ਪੂਰੇ ਹੋ ਗਏ ਅਤੇ ਹੁਣ ਕਹਿੰਦੇ ਕੋਈ ਐਸਾ ਕੰਮ ਨਹੀਂ ਜਿਹੜਾ ਰਹਿ ਗਿਆ ਹੋਵੇ। ਪਰ ਕਹਿੰਦੇ ਮੈਂ ਹੈਰਾਨ ਹਾਂ ਕਿ ਇਸ ਅੰਮ੍ਰਿਤ ਵੇਲੇ ਦਾ ਅਗਰ ਮੈਨੂੰ ਪਹਿਲਾਂ ਪਤਾ ਹੁੰਦਾ ਤਾਂ ਅੱਜ ਨੂੰ ਮੈਂ ਇਸ ਅੰਮ੍ਰਿਤ ਵੇਲੇ ਦੀ ਸੰਭਾਲ ਕਰਕੇ ਬਹੁਤ ਉੱਚੇ ਮੁਕਾਮ 'ਤੇ ਪਹੁੰਚਿਆ ਹੁੰਦਾ।
ਪਰ ਫਿਰ ਵੀ ਉਹਨੇ ਦੱਸਿਆ ਸੀਗਾ ਕਿ ਅੰਮ੍ਰਿਤ ਵੇਲੇ ਵਰਗਾ ਕੋਈ ਵੇਲਾ ਨਹੀਂ ਹੈ। ਸੋ ਜਿਹੜੇ ਗੁਰਸਿੱਖ ਪਿਆਰੇ ਅੰਮ੍ਰਿਤ ਵੇਲਾ ਸਵੇਰੇ ਉੱਠ ਕੇ ਸੰਭਾਲਦੇ ਆ, ਇਹ ਉਹਨਾਂ ਨੂੰ ਪੁੱਛੋ ਕਿ ਇਹ ਗੂੰਗੇ ਦੀ ਮਠਿਆਈ ਆ, ਜਿਵੇਂ ਗੁਰਬਾਣੀ ਦਾ ਫਰਮਾਨ ਹੈ, ਜਿਉਂ ਗੂੰਗੇ ਗੁੜ ਖਾਏ ਕੇ ਪੁੱਛੋ ਤੋ ਕਹਿ ਕਹੀਏ। ਕਹਿੰਦੇ ਅਗਰ ਗੂੰਗਾ ਗੁੜ ਖਾ ਲਵੇ ਤਾਂ ਉਹਨੂੰ ਪੁੱਛੇ ਵੀ ਇਹਦਾ ਕੀ ਸਵਾਦ ਹੈ, ਅਤੇ ਕਹਿੰਦੇ ਗੂੰਗਾ ਦੱਸ ਨਹੀਂ ਸਕਦਾ। ਇਸ ਕਰਕੇ ਜਿਹੜੇ ਅੰਮ੍ਰਿਤ ਵੇਲਾ ਸੰਭਾਲਦੇ ਆ, ਅਗਰ ਉਹਨਾਂ ਨੂੰ ਅੰਮ੍ਰਿਤ ਵੇਲੇ ਦੀ ਮਹਿਮਾ ਦਾ ਪੁੱਛੋ ਤਾਂ ਕਹਿੰਦੇ ਵੀ ਉਹ ਅੰਮ੍ਰਿਤ ਵੇਲੇ ਦੀ ਮਹਿਮਾ ਨੂੰ ਬਿਆਨ ਨਹੀਂ ਕਰ ਸਕਦੇ। ਇਸ ਤਰ੍ਹਾਂ ਇੱਕ ਸੰਤ ਆਪਣੇ ਅਸਥਾਨ ਦੇ ਵਿੱਚ ਰਹਿੰਦੇ ਇੱਕ ਮਹਾਂਪੁਰਖਾਂ ਦੀ ਬਾਬਤ ਦੱਸਦੇ ਸੀਗੇ। ਕਹਿੰਦੇ ਸਾਡੇ ਇੱਕ ਮਹਾਤਮਾ ਸਾਡੇ ਆਪਣੇ ਹੀ ਅਸਥਾਨ ਦੇ ਵਿੱਚ ਰਹਿੰਦੇ ਸੀਗੇ, ਅਤੇ ਕਹਿੰਦੇ ਵੀ ਮੈਂ ਹੈਰਾਨ ਸੀਗਾ ਕਿ ਤਕਰੀਬਨ ਉਹਨਾਂ ਦਾ ਜ਼ਿੰਦਗੀ ਵਿੱਚ ਨੇਮ ਇਹ ਰਿਹਾ ਹੈਗਾ ਕਿ ਉਹ ਰਾਤ ਨੂੰ 8 ਵਜੇ ਪੂਰੀ ਤਰ੍ਹਾਂ ਕਹਿੰਦੇ ਵੀ ਆਪਣੇ ਆਰਾਮ ਕਮਰੇ 'ਚ ਜਾ ਕੇ ਸੌਂ ਜਾਂਦੇ ਸੀ। ਜਦ ਕਹਿੰਦੇ 8 ਵਜੇ ਉਹ ਨੀਂਦ ਦੇ ਵਿੱਚ ਚਲੇ ਜਾਂਦੇ ਸੀ, ਅਤੇ ਤਕਰੀਬਨ ਰਾਤ ਨੂੰ 11 ਸਾਢੇ 11 ਵਜੇ ਉੱਠ ਕੇ ਫਿਰ ਕਹਿੰਦੇ ਉਹ ਇਸ਼ਨਾਨ ਕਰਦੇ ਹੁੰਦੇ ਸੀ। ਉਸ ਤੋਂ ਬਾਅਦ ਕਹਿੰਦੇ ਵੀ ਉਹਨਾਂ ਨੇ ਲਗਾਤਾਰ 6-7 ਘੰਟੇ ਰੋਜ਼ਾਨਾ ਭਜਨ ਸਿਮਰਨ ਕਰਨਾ, ਇਹ ਉਹਨਾਂ ਦਾ ਕਹਿੰਦੇ ਪੱਕਾ ਨੇਮ ਹੁੰਦਾ ਸੀਗਾ। ਇਸ ਤਰ੍ਹਾਂ ਕਰਦੇ ਕਰਦੇ ਕਹਿੰਦੇ ਵੀ ਮੈਂ ਬਹੁਤ ਸਾਲਾਂ ਤੋਂ ਉਹਨਾਂ ਨੂੰ ਦੇਖ ਰਿਹਾ ਸੀਗਾ। ਅਖੀਰ ਕਹਿੰਦੇ ਇੱਕ ਵਾਰ ਕੀ ਹੋਇਆ, ਜਦ ਉਹ ਇਸ਼ਨਾਨ ਕਰਨ ਲੱਗੇ ਅਚਨਚੇਤ ਕਹਿੰਦੇ ਉਹ ਇਸ਼ਨਾਨ ਕਰਦੇ ਡਿੱਗ ਪਏ। ਜਦ ਡਿੱਗ ਪਏ ਅਤੇ ਕਹਿੰਦੇ ਉਹਨਾਂ ਦੇ ਜਿਹੜੀ ਸੀ ਇੱਕ ਐਸੀ ਦਰਦ ਹੋਈ ਜਿਸ ਨੂੰ ਅਸੀਂ ਲਕਵਾ ਕਹਿੰਦੇ ਹਾਂ। ਕਹਿੰਦੇ ਵੀ ਉਹ ਜਿਹੜਾ ਸੀ ਲਕਵਾ ਉਹਨਾਂ ਨੂੰ ਹੋ ਗਿਆ। ਕਹਿੰਦੇ ਅਸੀਂ ਚੱਕ ਕੇ ਉਹਨਾਂ ਨੂੰ ਹੌਸਪੀਟਲ ਖੜਿਆ। ਜਦ ਹੌਸਪੀਟਲ ਖੜਿਆ ਅਤੇ ਕਹਿੰਦੇ ਵੀ ਜਦ ਡਾਕਟਰਾਂ ਨੇ ਉਹਨੂੰ ਐਮਰਜੈਂਸੀ ਵਾਰਡ ਦੇ ਵਿੱਚ ਜਦ ਪਾਇਆ, ਅਤੇ ਡਾਕਟਰ ਹੈਰਾਨ ਸੀਗੇ ਕਿ ਉਹ ਜਿਹੜੇ ਸ਼ਖਸ ਸੀਗੇ ਜਿਨ੍ਹਾਂ ਨੂੰ ਲਕਵੇ ਦੀ ਸ਼ਿਕਾਇਤ ਹੋ ਗਈ ਸੀਗੀ, ਕਹਿੰਦੇ ਵੀ ਉਹਨਾਂ ਦੇ ਅੰਦਰੋਂ ਸਿਮਰਨ ਦੀ ਧੁਨੀ ਦੇ ਵਿੱਚ ਨਾਮ ਦੀ ਆਵਾਜ਼ ਕਹਿੰਦੇ ਡਾਕਟਰ ਸੁਣਾਈ ਦੇ ਰਿਹਾ ਸੀ। ਜਦ ਕਹਿੰਦੇ ਡਾਕਟਰਾਂ ਨੇ ਉਹਨਾਂ ਨੂੰ ਚੈੱਕ ਕੀਤਾ, ਉਹਨਾਂ ਨੇ ਕੀ ਦੇਖਿਆ ਕਿ ਉਹ ਜਿਹੜੀ ਦਿਲ ਦੀ ਧੜਕਣ ਸੀ ਉਹ ਸੁਣਾਈ ਨਹੀਂ ਸੀ ਦਿੰਦੀ, ਦਿਲ ਦੀ ਧੜਕਣ ਦੇ ਵਿੱਚੋਂ ਸ਼ਬਦ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਕਹਿੰਦੇ ਉਹ ਹੈਰਾਨ ਸੀਗੇ। ਉਸ ਤੋਂ ਬਾਅਦ ਕਹਿੰਦੇ ਫਿਰ ਉਹਨਾਂ ਡਾਕਟਰ ਨੇ ਇਹ ਦੱਸਿਆ ਸੀਗਾ ਵੀ ਇਹ ਜਿਹੜੇ ਮਹਾਤਮਾ ਹੈਗੇ ਆ, ਇਹ ਲੱਗਦਾ ਕੋਮਾ ਵਿੱਚ ਚਲੇ ਗਏ ਆ, ਪਰ ਇਹ ਉਹਨਾਂ ਦੀ ਕੋਮਾ ਕਦ ਟੁੱਟੂਗੀ ਕਹਿੰਦੇ ਅਸੀਂ ਕਹਿ ਨਹੀਂ ਸਕਦੇ। ਪਰ ਕਹਿੰਦੇ ਵੀ ਡਾਕਟਰ ਕਹਿੰਦੇ ਵੀ ਅਸੀਂ ਹੈਰਾਨ ਆ ਕਿ ਮੈਡੀਕਲ ਸਾਇੰਸ ਦੇ ਅੰਦਰ ਜਿਹੜਾ ਆਦਮੀ ਕੋਮਾ ਵਿੱਚ ਚਲੇ ਜਾਂਦਾ ਹੈਗਾ, ਉਹਦੇ ਅੰਦਰੋਂ ਇਸ ਤਰ੍ਹਾਂ ਦੀ ਆਵਾਜ਼ ਜਿਹੜੀ ਕਹਿੰਦੇ ਵੀ ਕਿਵੇਂ ਨਿਕਲ ਸਕਦੀ ਹੈ। ਪਰ ਕਹਿੰਦੇ ਹੈਰਾਨੀ ਦੀ ਗੱਲ ਉਦੋਂ ਹੋਈ ਜਦੋਂ ਕਹਿੰਦੇ ਡਾਕਟਰਾਂ ਨੇ ਉਹਨਾਂ ਦੇ ਨਾੜੀਆਂ ਲਾਉਣੀਆਂ ਚਾਹੀਆਂ। ਜਦ ਕਹਿੰਦੇ ਵੀ ਨਾੜੀਆਂ ਲਾਉਣੀਆਂ ਚਾਹੀਆਂ ਅਤੇ ਉਹ ਜਿਹੜੀ ਆਵਾਜ਼ ਉਹਨਾਂ ਨੂੰ ਉਹ ਕੰਨਾਂ ਦੇ ਵਿੱਚ ਸੁਣਾਈ ਦੇ ਰਹੀ ਸੀ ਦਿਲ ਦੀ ਧੜਕਣ ਦੇ ਨਾਲ, ਉਹ ਆਵਾਜ਼ ਕਹਿੰਦੇ ਫਿਰ ਪੂਰੇ ਜਿਹੜੀ ਸੀ ਉਹ ਥੀਏਟਰ ਦੇ ਵਿੱਚ ਉੱਚੀ ਉੱਚੀ ਸੁਣਾਈ ਦੇਣ ਲੱਗ ਪਈ। ਜਦੋਂ ਧੁਨੀ ਉੱਚੀ ਉੱਚੀ ਹੋ ਗਈ, ਕਹਿੰਦੇ ਫਿਰ ਡਾਕਟਰ ਜਿਹੜੇ ਸੀ ਉਹ ਘਬਰਾ ਗਏ, ਕਹਿਣ ਲੱਗੇ ਕਿ ਅਸੀਂ ਤਾਂ ਇਸ ਤਰ੍ਹਾਂ ਦਾ ਪਹਿਲਾ ਕੇਸ ਦੇਖਿਆ ਹੈ। ਫਿਰ ਕਹਿੰਦੇ ਡਾਕਟਰ ਸਾਨੂੰ ਕਹਿਣ ਲੱਗੇ ਸੀ ਕਿ ਇਸ ਕਰੋ ਕਿ ਤੁਸੀਂ ਇਸ ਨੂੰ ਆਪਣੇ ਆਸ਼ਰਮ ਵਿੱਚ ਹੀ ਲੈ ਜਾਓ। ਫਿਰ ਮਹਾਂਪੁਰਖ ਕਹਿਣ ਲੱਗੇ ਸੀ ਕਿ ਅਸੀਂ ਉਹਨਾਂ ਨੂੰ ਆਪਣੇ ਡੇਰੇ ਦੇ ਵਿੱਚ ਹੀ ਲੈ ਮਹਾਤਮਾ ਨੂੰ। ਜਦ ਕਹਿੰਦੇ ਜਿਉਂ ਅਸੀਂ ਡੇਰੇ 'ਤੇ ਲਿਜਾ ਕੇ ਉਹਨਾਂ ਦੇ ਆਸਣ 'ਤੇ ਉਹਨਾਂ ਨੂੰ ਕਹਿੰਦੇ ਲਟਾਇਆ, ਕਹਿੰਦੇ ਉਹੀ ਮਹਾਤਮਾ ਜਿਹਨਾਂ ਨੂੰ ਡਾਕਟਰ ਨੇ ਕਿਹਾ ਸੀ ਕੋਮਾ 'ਚ ਚਲੇ ਗਏ, ਕਹਿੰਦੇ ਉੱਠ ਕੇ ਬੈਠ ਗਏ। ਜਦ ਕਹਿੰਦੇ ਉੱਠ ਕੇ ਬੈਠੇ, ਉਸ ਤੋਂ ਬਾਅਦ ਕਹਿੰਦੇ ਹੈਰਾਨ ਸੀ ਉਹ ਕੋਮਾ ਕਿੱਧਰ ਗਿਆ, ਉਹ ਲਕਵਾ ਕਿੱਧਰ ਗਿਆ, ਬਿਮਾਰੀ ਕਿੱਧਰ ਗਈ, ਕਹਿੰਦੇ ਕੋਈ ਨਹੀਂ, ਉਹ ਬਿਲਕੁਲ ਨੋਰਮਲ ਹੋ ਗਏ। ਬੜੀ ਅਚਰਜ ਘਟਨਾ ਸੀਗੀ। ਜਦ ਕਹਿੰਦੇ ਵੀ ਉਹ ਬਿਲਕੁਲ ਨੋਰਮਲ ਹੋਵੇ, ਉਸ ਤੋਂ ਬਾਅਦ ਕਹਿੰਦੇ ਫਿਰ ਅਸੀਂ ਉਹਨਾਂ ਮਹਾਤਮਾ ਨੂੰ ਪੁੱਛਿਆ ਕਿ ਤੁਹਾਡੇ ਨਾਲ ਇਸ ਤਰ੍ਹਾਂ ਕਿਵੇਂ ਹੋ ਗਿਆ ਹੈ। ਫਿਰ ਕਹਿੰਦੇ ਉਹ ਹੱਸ ਕੇ ਕਹਿਣ ਲੱਗੇ ਕਿ ਮੈਨੂੰ ਜ਼ਿਆਦਾ ਤਾਂ ਪਤਾ ਨਹੀਂ, ਪਰ ਇੰਨਾ ਜ਼ਰੂਰ ਪਤਾ ਹੈ ਕਿ ਅੰਮ੍ਰਿਤ ਵੇਲੇ ਦੀ ਮਹਿਮਾ ਦਾ ਹੀ ਸਾਰਾ ਫਲ ਹੈ। ਕਿਉਂ? ਅੰਮ੍ਰਿਤ ਵੇਲੇ ਦੀ ਮਹਿਮਾ ਦੇ ਕਾਰਨ ਜਿਹੜਾ ਪਰਮੇਸ਼ਰ ਦਾ ਨਾਮ ਆ ਉਹ ਸਾਡੇ ਰੋਮ ਰੋਮ ਦੇ ਵਿੱਚ ਉਹ ਚੱਲ ਰਿਹਾ ਹੈਗਾ। ਇਸ ਕਰਕੇ ਹੁਣ ਸਾਡੇ ਅੰਦਰ ਕੇਵਲ ਅਤੇ ਕੇਵਲ ਵਾਹਿਗੁਰੂ ਦਾ ਨਾਮ ਹੈ, ਹੋਰ ਕੋਈ ਬਿਮਾਰੀ ਨਹੀਂ ਹੈ, ਹੋਰ ਕੁਛ ਵੀ ਨਹੀਂ ਹੈ। ਸੋ ਕਹਿਣ ਤੋਂ ਭਾਵ ਇਹ ਆ ਕਿ ਜਿਨ੍ਹਾਂ ਨੇ ਅੰਮ੍ਰਿਤ ਵੇਲਾ ਸੰਭਾਲਿਆ ਹੈ, ਸੋ ਅੰਮ੍ਰਿਤ ਵੇਲੇ ਦੀ ਮਹਿਮਾ ਉਹੀ ਜਾਣ ਸਕਦੇ ਆ। ਸੋ ਇਸ ਕਰਕੇ ਜ਼ਰੂਰੀ ਆ ਭਾਈ, ਜਦ ਵੀ ਰਾਤ ਨੂੰ ਆਪਾਂ ਸੌਣ ਲੱਗਦੇ ਹਾਂ ਉਸ ਟਾਈਮ ਸਾਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨੀ ਚਾਹੀਦੀ ਕਿ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਸਾਨੂੰ ਉਠਾ ਦੇਂ। ਅਤੇ ਵਾਹਿਗੁਰੂ ਮਾਲਕ ਜਿਹੜਾ ਅੰਮ੍ਰਿਤ ਵੇਲੇ ਇੱਕ ਵਾਰੀ ਜ਼ਰੂਰ ਉਹਨਾਂ ਨੂੰ ਉਠਾਉਂਦਾ ਹੈ। ਬਸ ਉੱਠਦੇ ਸਾਰ ਹੀ ਮਹਾਂਪੁਰਖ ਜੁਗਤ ਦੱਸਦੇ ਕਿ ਉਸੇ ਟਾਈਮ ਜਿਹੜਾ ਮਨ ਹੈ ਇਸ ਨੂੰ ਯਕਦਮ ਦੱਬ ਲਓ, ਇਹਦੇ ਉੱਤੇ ਯਕਦਮ ਨਾਮ ਦਾ ਪ੍ਰਵਾਹ ਚਲਾ ਦਿਓ। ਅਤੇ ਜਦੋਂ ਕਹਿੰਦੇ ਮਨ ਜਿਹੜਾ ਹੈਗਾ ਉਹ ਨਾਮ ਜਪਣ ਦੀ ਹਾਲਤ ਵਿੱਚ ਸ਼ੁਰੂ ਹੋ ਜਾਊਗਾ, ਉਸੇ ਟਾਈਮ ਕਹਿੰਦੇ ਫਿਰ ਤੁਸੀਂ ਇਸ਼ਨਾਨ ਕਰੋ। ਇਸ਼ਨਾਨ ਕਰਨ ਤੋਂ ਬਾਅਦ ਫਿਰ ਜਿੰਨਾ ਵੀ ਕਹਿੰਦੇ ਤੁਸੀਂ ਨਾਮ ਜਪ ਸਕਦੇ ਹੋ, ਲਾਹਾ ਲੈ ਸਕਦੇ ਹੋ, ਉਹਨਾਂ ਲਵੋ। ਸੋ ਇਹ ਜਿਹੜਾ ਲਾਹਾ ਹੈਗਾ ਜਿਨ੍ਹਾਂ ਨੇ ਲੈ ਲਿਆ ਹੈ, ਅਤੇ ਫਿਰ ਸਾਨੂੰ ਗੁਰਬਾਣੀ ਆਖਦੀ ਹੈ ਕਿ ਜਿੰਨੇ ਨਾਮ ਤੇ ਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ। ਸੋ ਦੱਸ ਇੰਨੇ ਹੀ ਬਚਨ ਕਰਦਾ ਹੋਇਆ ਖਿਮਾ ਦਾ ਜਾਚਕ ਵਾਜੀ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।